ਦੇਸ਼ ਵਾਸੀਓ, ਪਿਛਲੇ 1 ਮਹੀਨੇ ਤੋਂ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਨੇ, ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਦੇ ਲਈ ਦਿੱਲੀ ਦੇ ਵੱਖ-ਵੱਖ ਬਾਰਡਰਸ ਦੇ ਉੱਤੇ ਬੈਠੀਆਂ, ਪਰ ਸਾਡੇ ਪ੍ਰਧਾਨ ਮੰਤਰੀ ਨੂੰ ਇਹਨਾਂ ਦੀ ਕੋਈ ਵੀ ਫਿਕਰ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਇਕਮੁੱਠ ਹੋਣਾ ਪਏਗਾ। ਸਾਨੂੰ ਜਾਤ, ਧਰਮ, ਫਿਰਕੇ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਹਨਾਂ ਪੋਲੀਟੀਸ਼ੀਅਨਸ ਦੇ ਨਾਲ, ਜਿਨ੍ਹਾਂ ਨੇ ਕਿ ਦੇਸ਼ ਨੂੰ ਤਬਾਹੀ ਦੇ ਕੰਢੇ ਦੇ ਉੱਤੇ ਲਿਆ ਖੜਾ ਕੀਤਾ, ਇਹਨਾਂ ਦੇ ਨਾਲ ਸਾਨੂੰ ਨਜਿੱਠਣਾ ਪਏਗਾ। ਕਿਸਾਨ ਯੂਨੀਅਨਾਂ ਇੰਨੀ ਠੰਡ ਦੇ ਵਿੱਚ, ਚਾਹੇ ਉਹ ਟਰਾਲੀਆਂ ਦੇ ਵਿੱਚ ਸੌਂਦੀਆਂ ਸਾਰਾ ਦਿਨ ਬੈਠਦੀਆਂ, ਚਾਹੇ ਉਹ ਵੱਖ-ਵੱਖ ਥਾਵਾਂ 'ਤੇ ਸੜਕਾਂ 'ਤੇ ਸੌਂਦੀਆਂ, ਇੰਨੀ ਠੰਡ ਦੇ ਵਿੱਚ ਬਹਿਣਾ ਜਿਹੜਾ ਉਹ ਸੌਖਾ ਨਹੀਂ। ਪਰ ਗੁਰੂ ਸਾਹਿਬ ਦੀ ਬੜੀ ਮਿਹਰ ਹੈ ਕਿ ਉਹ ਹਰ ਇਸ ਅੰਦੋਲਨ ਨੂੰ ਜਿੱਤਣ ਦੇ ਲਈ ਹਰ ਕਾਰਜ ਕਰਨ ਨੂੰ ਤਿਆਰ ਬੈਠੀਆਂ। ਹਿੰਦੁਸਤਾਨ ਦਾ ਯੂਥ ਇਸ ਅੰਦੋਲਨ ਦੇ ਵਿੱਚ ਆਪਣੀ ਇੱਕ ਵੱਖਰੀ ਛਾਪ ਜਿਹੜੀ ਹੈ ਉਸ ਨੂੰ ਛੱਡ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਅਸੀਂ ਹਿੰਦੁਸਤਾਨ ਦਾ ਸੁਧਾਰ ਕਰਨਾ ਹੈ ਤਾਂ ਸਾਨੂੰ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਢੰਗਾਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਇਹਨਾਂ ਚਲਾਕ ਪੋਲੀਟੀਸ਼ੀਅਨਸ ਦੇ ਨਾਲ ਨਜਿੱਠਣਾ ਪਊਗਾ। ਮੈਨੂੰ ਦੁੱਖ ਹੁੰਦਾ ਹੈ ਕਹਿੰਦਿਆਂ ਕਿ ਸਾਡਾ ਪ੍ਰਧਾਨ ਮੰਤਰੀ ਦਿੱਲੀ ਦੇ ਵਿੱਚ ਬੈਠਾ ਹੈ ਤੇ ਉਹਨੇ ਇੱਕ ਵਾਰੀ ਵੀ ਆ ਕੇ ਉੱਥੇ ਕਿਸਾਨ ਜਥੇਬੰਦੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਾਨੂੰਨ ਕਿਸ ਤਰ੍ਹਾਂ ਠੀਕ ਨੇ। ਤੇ ਜੇ ਉਹ ਦੂਰ ਭੱਜਦਾ ਪਿਆ, ਕਿਸਾਨ ਜਥੇਬੰਦੀਆਂ ਤੋਂ ਪਰੇ ਜਾ ਰਿਹਾ, ਤਾਂ ਇਸ ਦਾ ਇੱਕੋ ਹੀ ਮਤਲਬ ਹੈ ਕਿ ਉਸ ਦੇ ਮਨ ਦੇ ਵਿੱਚ ਚੋਰ ਹੈ। ਦੋ ਘਰਾਣੇ ਅੰਬਾਨੀਜ਼ ਔਰ ਅਡਾਨੀਜ਼ ਨੂੰ ਖੁਸ਼ ਕਰਨ ਦੇ ਲਈ ਉਹ ਸਾਰੇ ਦੇਸ਼ ਨੂੰ ਕੁਰਾਹੇ ਪਾਉਣ ਦੇ ਉੱਤੇ ਤੁਲਿਆ ਹੋਇਆ ਹੈ। ਹੁਣ ਤੱਕ 30 ਤੋਂ 35 ਕਿਸਾਨਾਂ ਦੀ ਮੌਤ ਜਿਹੜੀ ਹੈ ਇਸ ਅੰਦੋਲਨ ਦੇ ਦੌਰਾਨ ਹੋ ਚੁੱਕੀ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਲਿਊਟ ਕਰਨਾ ਬਣਦਾ ਹੈ ਕਿ ਉਹਨਾਂ ਨੇ ਦੇਸ਼ ਦੀ ਰਾਖੀ ਦੇ ਲਈ ਆਪਣੀਆਂ ਜਾਨਾਂ ਜਿਹੜੀਆਂ ਉਹ ਕੁਰਬਾਨ ਕੀਤੀਆਂ। ਕਾਰਨ ਅੱਜ ਜੇਕਰ ਅਸੀਂ ਇਸ ਅੰਦੋਲਨ ਦਾ ਪਾਰਟ ਨਹੀਂ ਬਣਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜਾ ਉਹ ਬੁਰੀ ਤਰ੍ਹਾਂ ਮਾਰਿਆ ਜਾਏਗਾ। ਸ਼ਹਿਰ ਵਾਸੀਓ, ਕਦੀ ਵੀ ਇਹ ਗੱਲ ਨਾ ਸੋਚਿਓ ਕਿ ਤੁਹਾਡਾ ਨੁਕਸਾਨ ਨਹੀਂ ਹੋਣਾ। ਜੇ ਕਿਸਾਨ ਨਾ ਰਿਹਾ ਤਾਂ ਤੁਹਾਨੂੰ ਚੀਜ਼ਾਂ 4 ਗੁਣਾ ਰੇਟ ਦੇ ਉੱਤੇ ਮਿਲਣੀਆਂ, ਜਿਹਦੇ ਨਾਲ ਨੁਕਸਾਨ ਕੀ ਹੋਣਾ ਹੈ ਕਿ ਗਰੀਬ ਵਿਅਕਤੀ ਦੇ ਲਿਮਟ ਦੇ ਵਿੱਚੋਂ, ਜੇਬ ਦੇ ਵਿੱਚੋਂ ਭਾਰੀ ਖਰਚ ਜਿਹੜਾ ਉਹ ਹੋਣਾ ਤੈਅ ਹੈ। ਮੈਨੂੰ ਖੇਤੀਬਾੜੀ ਮੰਤਰੀ ਦੀ ਸਮਝ ਨਹੀਂ ਆਉਂਦੀ। ਮੈਨੂੰ ਲੱਗਦਾ ਹੈ ਕਿ ਉਹਨੂੰ ਜ਼ਬਰਦਸਤੀ ਇਸ ਕੁਰਸੀ ਦੇ ਉੱਤੇ ਬਿਠਾਇਆ ਗਿਆ ਅਤੇ ਜਾਂ ਉਹਨੂੰ ਹੁਣ ਤੱਕ ਬਿਠਾ ਕੇ ਰੱਖਿਆ ਗਿਆ। ਜਿੰਨੀਆਂ ਮੀਟਿੰਗਾਂ ਵੀ ਉਸਨੇ ਕੀਤੀਆਂ, ਉਹ ਕਿਸਾਨਾਂ ਨੂੰ ਇਸ ਗੱਲ ਦੇ ਲਈ ਸਮਝਾ ਹੀ ਨਹੀਂ ਸਕਿਆ ਕਿ ਇਸ ਕਾਨੂੰਨ ਦਾ ਕਿਸਾਨਾਂ ਨੂੰ ਫਾਇਦਾ ਕੀ ਹੈ। ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ, ਜੇਕਰ ਆਪਾਂ ਕੋਈ ਵੀ ਕੰਮ ਨਹੀਂ ਨਾ ਕਰ ਸਕਦੇ ਤੇ ਆਪਾਂ ਨੂੰ ਉਸ ਚੀਜ਼ ਤੋਂ ਪਰੇ ਹੋ ਜਾਣਾ ਚਾਹੀਦਾ। ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੁੰਦੀ ਕਿ ਸਾਰੇ ਕੰਮ ਇੱਕੋ ਬੰਦਾ ਕਰ ਸਕਦਾ। ਉਹਨਾਂ ਨੂੰ ਰਿਜ਼ਾਈਨ ਦੇ ਕੇ ਪਰੇ ਹੋ ਜਾਣਾ ਚਾਹੀਦਾ। ਜੇਕਰ ਉਹ ਕਿਸਾਨ ਜਥੇਬੰਦੀਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਜਾਂ ਪ੍ਰਧਾਨ ਮੰਤਰੀ ਕੋਲੋਂ ਇੰਨਾ ਕੁ ਡਰਦੇ ਨੇ ਕਿ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਢੰਗਾਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹ ਕਿਸਾਨ ਜਥੇਬੰਦੀਆਂ ਨੂੰ ਹੁਣ ਤੱਕ ਵੀ ਸੰਤੁਸ਼ਟ ਨਹੀਂ ਕਰ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਅੰਦੋਲਨ ਦਾ ਕਦੀ ਵੀ ਤਿਆਗ ਨਹੀਂ ਕਰਨਗੀਆਂ, ਕਿਉਂਕਿ ਇਹ ਅੰਦੋਲਨ ਜਿਹੜਾ ਲੋਕ ਹਿੱਤਾਂ ਦੇ ਲਈ ਹੈ, ਲੋਕਾਂ ਦੇ ਲਈ ਹੈ। ਦੇਸ਼ ਵਾਸੀਓ, ਅੱਜ ਸਾਨੂੰ ਹਰ ਆਪਣੀ ਜਾਤ, ਪਾਤ, ਧਰਮ, ਫਿਰਕੇ ਤੋਂ ਉੱਪਰ ਉੱਠ ਕੇ ਤਨ, ਮਨ ਤੇ ਧਨ ਦੇ ਨਾਲ ਕਿਸਾਨਾਂ ਦੀ ਤੇ ਇਸ ਅੰਦੋਲਨ ਦੀ, ਹੁਣ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਹੁਣ ਇਹ ਅੰਦੋਲਨ ਪੂਰੇ ਭਾਰਤ ਦਾ ਅੰਦੋਲਨ ਜਿਹੜਾ ਉਹ ਬਣ ਗਿਆ ਹੈ। ਦੇਸ਼ ਵਾਸੀਓ, ਸਰਕਾਰਾਂ ਜਿੱਤਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੀਆਂ। ਸਾਰੇ ਦੇਸ਼ ਦੇ ਵਿੱਚ ਯੂਥ ਦਾ ਬੁਰਾ ਹਾਲ ਹੋਇਆ ਪਿਆ, ਨੌਕਰੀਆਂ ਨਹੀਂ ਮਿਲਦੀਆਂ। ਅਸੀਂ ਇਹਨਾਂ ਸਰਕਾਰਾਂ ਨੂੰ ਕੀ ਕਰਨਾ ਹੈ? ਜੇਕਰ ਸਾਰਾ ਕੁਝ ਪ੍ਰਾਈਵੇਟ ਹੀ ਕਰਨਾ ਹੈ ਤਾਂ ਫਿਰ ਇਹਨਾਂ ਸਰਕਾਰਾਂ ਦਾ ਕੀ ਕੰਮ ਹੈ? ਇਹਨਾਂ ਵਿਧਾਨ ਸਭਾ ਦੇ ਮੈਂਬਰਾਂ ਦਾ, ਲੋਕ ਸਭਾ ਦੇ ਮੈਂਬਰਾਂ ਦਾ, ਇਹਨਾਂ ਰਾਜ ਸਭਾ ਦੇ ਮੈਂਬਰਾਂ ਦਾ ਸਾਨੂੰ ਕੀ ਫਾਇਦਾ ਹੈ? ਦੇਸ਼ ਵਾਸੀਓ, ਸਾਨੂੰ ਲੜਾ ਕੇ ਇਹ ਲੋਕ ਫਾਇਦਾ ਚੁੱਕਦੇ ਨੇ ਅਤੇ ਆਪਾਂ ਨੂੰ ਹੁਣ ਇਹ ਸੋਚਣ ਦੀ ਲੋੜ ਹੈ, ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਸਾਨੂੰ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ, ਤਾਂ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਇੱਕ ਗੱਲ ਸਿਖਾਈ ਜਾ ਸਕੇ ਅਤੇ ਸਮਝਾਈ ਜਾ ਸਕੇ ਕਿ ਜਾਗ੍ਰਿਤੀ ਜਦੋਂ ਵੀ ਆਉਂਦੀ ਹੈ, ਕ੍ਰਾਂਤੀ ਜਦੋਂ ਵੀ ਆਉਂਦੀ ਹੈ, ਉਹ ਕਈ ਹੁਕਮਰਾਨ ਜਿਹੜੇ ਜ਼ਾਲਮ ਹੁੰਦੇ ਨੇ, ਉਹ ਹੁਕਮਰਾਨ ਜਿਹੜੇ ਠੱਗ ਹੁੰਦੇ ਨੇ, ਉਹਨਾਂ ਨੂੰ ਮਲੀਆ ਮੇਟ ਕਰ ਦਿੰਦੀ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਅੰਦੋਲਨ ਦਾ ਪਾਰਟ ਬਣਨਾ ਚਾਹੀਦਾ, ਇਸ ਅੰਦੋਲਨ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀਆਂ ਵੀ ਸਰਕਾਰਾਂ ਕੰਮ ਨਹੀਂ ਕਰਦੀਆਂ ਉਹਨਾਂ ਦੇ ਖਿਲਾਫ ਝੰਡਾ ਚੁੱਕਣਾ ਚਾਹੀਦਾ ਹੈ। ਇੱਕ ਗੱਲ ਮੈਂ ਹੋਰ ਕਹਾਂਗਾ, ਸਰਕਾਰਾਂ
ਜਦੋਂ ਇਲੈਕਸ਼ਨ ਲੜਦੀਆਂ ਉਸ ਤੋਂ ਪਹਿਲਾਂ ਉਹ ਆਪਣਾ ਮੈਨੀਫੈਸਟੋ ਤਿਆਰ ਕਰਦੀਆਂ। ਉਸ ਮੈਨੀਫੈਸਟੋ ਨੂੰ ਲੀਗਲ ਬਣਾਉਣ ਦੇ ਲਈ ਹੁਣ ਸਾਨੂੰ ਅਗਲਾ ਯਤਨ ਜਿਹੜਾ ਉਹ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।